हेलो एवरीवन वेलकम टू द ਸੈਸ਼ਨ। ਅੱਜ ਦੀ ਕਲਾਸ ਇੰਗਲਿਸ਼ ਗ੍ਰਾਮਰ ਦੇ ਵਿੱਚ ਮੈਂ ਇੱਕ ਬਹੁਤ ਇੰਟਰਸਟਿੰਗ ਤੇ ਸਭ ਤੋਂ ਜ਼ਰੂਰੀ ਟੌਪਿਕ ਲੈ ਕੇ ਆਈ ਹਾਂ ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਆ ਟੈਂਸਸ ਤੇ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਾਲ। ਇਹ ਜਿਹੜੇ ਟੈਂਸਸ ਹੈਗੇ ਨੇ ਨਾ ਇਹ ਦੱਸਦੇ ਨੇ ਵਰਬ the form of verb that shows time ਕਦ ਹੋਇਆ ਤੇ ਕਿਹੜੀ ਸਥਿਤੀ ਵਿੱਚ ਸੀ ਉਹਨੂੰ ਆਪਾਂ ਟੈਂਸਸ ਕਹਿੰਦੇ ਆ। ਜਿਵੇਂ ਤਿੰਨ ਤਰੀਕੇ ਦੇ ਟੈਂਸਸ ਹੁੰਦੇ ਆ ਜਿਵੇਂ ਜਿਵੇਂ ਆਪਾਂ ਪੜਾਂਗੇ ਤੁਹਾਨੂੰ ਸਮਝ ਆਏਗਾ। ਇੱਕ ਹੁੰਦਾ ਪ੍ਰੈਜ਼ੈਂਟ ਟੈਂਸ ਜਿਹਨੂੰ ਆਪਾਂ ਵਰਤਮਾਨ ਕਹਿੰਦੇ ਆ, ਪਾਸਟ ਟੈਂਸ ਭੂਤਕਾਲ ਕਹਿੰਦੇ ਤੇ ਫਿਊਚਰ ਟੈਂਸ ਨੂੰ ਆਪਾਂ ਸ਼ਾਇਦ ਤੁਸੀਂ ਪੜਿਆ ਹੋਵੇਗਾ ਉਹਨੂੰ ਆਪਾਂ ਭਵਿੱਖ ਕਾਲ ਕਹਿੰਦੇ। ਠੀਕ ਹੈ, ਹੁਣ ਮੰਨ ਲਓ ਇੱਥੇ ਸੈਂਟੈਂਸਸ ਦਿੱਤੇ ਹੋਏ ਨੇ ਮਨੂ ਇਜ਼ ਹੀਅਰ, ਹੁਣ ਇੱਥੇ ਹੈ, ਇਜ਼ ਇੱਥੇ ਸਟੇਟ ਦੱਸ ਰਿਹਾ ਨਾ ਵੀ ਹੁਣ ਇਸ ਵੇਲੇ ਇੱਥੇ ਹੈ। ਚਿਲड्रन ਦੇ ਨਾਲ ਆਰ ਆ ਗਿਆ, ਪਲੂਰਲ ਹੈ ਨਾ ਇੱਕ ਤੋਂ ਬਹੁਵਚਨ ਤੇ ਪਲੂਰਲ ਦੇ ਨਾਲ ਯਾਦ ਰੱਖਿਓ ਆਰ ਆ ਗਿਆ। ਸਿੰਗੂਲਰ ਇੱਕ ਬੰਦਾ ਹੈ ਜੇ ਉਹਦੇ ਨਾਲ ਇਜ਼ ਆ ਗਿਆ। ਮਨੂ ਵਾਜ਼ ਪਹਿਲਾਂ ਦੀ ਗੱਲ ਹੈ, ਇਹ ਪਾਸਟ ਦੀ ਗੱਲ ਹੋ ਰਹੀ ਹੈ, ਇੱਥੇ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ। ਠੀਕ ਹੈ, ਪਾਸਟ ਦੇ ਵਿੱਚ ਮਨੂ ਵਾਜ਼ ਹੀਅਰ ਯੈਸਟਰਡੇ, ਇੱਥੇ ਆ ਜਾਏਗਾ ਪਲੂਰਲ ਦੇ ਵਿੱਚ ਵਰ, ਪਾਸਟ ਦੇ ਵਿੱਚ ਵਾਜ਼ ਆ ਜਾਏਗਾ ਜੇ ਸਿੰਗੂਲਰ। ਠੀਕ ਹੈ, ਇਸ ਤੋਂ ਸਿੰਗੂਲਰ ਆ ਤੁਸੀਂ ਧਿਆਨ ਦੇ ਰਹੇ ਹੋ, ਸਿੰਗੂਲਰ यानी ਇੱਕ ਵਚਨ, ਪਲੂਰਲ यानी ਬਹੁਵਚਨ, ਇੱਥੇ ਆ ਜਾਏਗਾ ਵਰ। ਚਿਲड्रन वर हैप्पी ਪਹਿਲਾਂ ਖੁਸ਼ ਸੀ। ਹੁਣ ਇਹ ਗੱਲ ਹੋ ਰਹੀ ਹੈ ਫਿਊਚਰ ਟੈਂਸ ਦੀ, ਜੇ ਤੁਸੀਂ ਦੇਖੋਗੇ ਮਨੂ ਵਿਲ ਬੀ, ਇੱਥੇ ਪਲੂਰਲ ਤੇ ਸਿੰਗੂਲਰ ਦੋਨਾਂ ਦੇ ਵਿੱਚ ਆਪਾਂ ਦੇਖਿਆ ਵਿਲ ਬੀ। ਮਨੂ ਵਿਲ ਬੀ ਹੀਅਰ ਟੁਮਾਰੋ, ਚਿਲड्रन ਵਿਲ ਬੀ ਹੈਪੀ। ਠੀਕ ਹੈ, ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਵਚਨ ਹੈ, ਇੱਕ ਬਹੁਵਚਨ, ਇੱਕ ਵਚਨ ਬਹੁਵਚਨ, ਇੱਕ ਵਚਨ ਬਹੁਵਚਨ। ਇਹ ਦੋਨੋਂ ਪ੍ਰੈਜ਼ੈਂਟ ਟੈਂਸ ਦੇ ਐਗਜ਼ਾਮਪਲ ਨੇ, ਪਾਸਟ ਦੇ ਤੇ ਇਹ ਫਿਊਚਰ ਦੇ। ਹੁਣ ਆਪਾਂ ਅੱਗੇ ਪੜ੍ਹਦੇ ਹਾਂ। ਦੇਖੋ ਅੱਗੇ ਵਧਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਜਿਹੜੀ ਵਰਬ ਹੁੰਦੀ ਹੈ ਉਹਦੇ ਡਿਫਰੈਂਟ ਫਾਰਮਸ ਹੁੰਦੇ ਨੇ। ਜਿਵੇਂ ਇੱਕ ਫਾਰਮ ਤੁਸੀਂ ਸ਼ਾਇਦ ਪੜਿਆ ਵੀ ਹੋਏਗਾ, ਉਹਨੂੰ V1 ਕਹਿੰਦੇ ਆ, ਇੱਕ ਹੋ ਗਈ V2, ਇੱਕ ਹੋ ਗਈ V3। ਫॉर एग्जांपल ਮੈਂ एग्जांपल ਦਵਾਂ ਗੋ, ਸਿੰਪਲ ਬੇਸਿਕ ਇੱਕ ਵਰਡ ਹੈ ਜਿਹਨੂੰ ਆਪਾਂ V1 ਫਾਰਮ ਦੇ ਵਿੱਚ ਲਿਖਦੇ ਆ। ਉਹਦਾ V2 ਫਾਰਮ ਜਿਹਨੂੰ ਆਪਾਂ ਪਾਸਟ ਫਾਰਮ ਕਹਿੰਦੇ ਆ, ਪਾਸਟ ਟੈਂਸ ਦੇ ਵਿੱਚ ਲਿਖਿਆ ਹੁੰਦਾ ਹੈ, ਗੋ ਦਾ ਹੋ ਜਾਂਦਾ ਹੈ ਵੈਂਟ। ਤੇ V3 ਫਾਰਮ ਇਹਦੇ ਵਿੱਚ ਆ ਜਾਂਦਾ ਹੈ ਗੋ, ਵੈਂਟ, ਗੋਨ। ਕੁਝ ਵਰਡਸ ਨੇ ਜਿਹੜੇ ਸੇਮ ਹੁੰਦੇ ਨੇ ਇਹਦੇ ਤੇ ਇਹਦੇ ਵਿੱਚ, ਜਿਵੇਂ ਟੈਲ ਦਾ ਆ ਜਾਊਗਾ ਟੋਲਡ, ਟੋਲਡ। ਠੀਕ ਹੈ, ਉਵੇਂ ਹੀ ਜੇ ਆਪਾਂ ਗੱਲ ਕਰੀਏ ਫॉल ਦਾ, ਉਹ ਆ ਜਾਏਗਾ ਫੈਲ, ਫॉलन। ਠੀਕ ਹੈ, ਇਹ ਵਰਬਸ ਦੇ ਡਿਫਰੈਂਟ ਫਾਰਮਸ ਹੁੰਦੇ ਨੇ ਜਿਹੜੇ ਤੁਸੀਂ ਪੜ੍ਹ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਅਪਡੇਟ ਕਰਾਂ, ਮੈਂ ਵੀ ਅਪਡੇਟ ਕਰ ਦਾਂਗੀ ਇੱਕ ਵੀਡੀਓ ਰਾਹੀਂ। ਹੁਣ ਇਹ V1 ਫਾਰਮ ਜਿਹਨੂੰ ਆਪਾਂ ਬੇਸ ਫਾਰਮ ਕਹਿੰਦੇ ਆ, ਇਹ ਯੂਜ਼ ਕੀਤਾ ਜਾਂਦਾ ਹੈ ਪ੍ਰੈਜ਼ੈਂਟ ਟੈਂਸ ਦੇ ਵਿੱਚ। ਠੀਕ ਹੈ, V2 ਫਾਰਮ ਇਹ ਵਾਲਾ ਜਿਹੜਾ ਹੈਗਾ ਵਿਚਾਰਲਾ, ਉਹ ਯੂਜ਼ ਕੀਤਾ ਜਾਂਦਾ ਹੈ ਪਾਸਟ ਟੈਂਸ ਦੇ ਵਿੱਚ। ਤੇ ਵਿਲ ਸ਼ੈਲ ਲਾ ਕੇ ਇਹ ਵਾਲਾ ਜਿਹੜਾ ਫਾਰਮ ਹੈ ਇਹਦੇ ਨਾਲ ਵਿਲ ਜਾਂ ਸ਼ੈਲ ਲਾ ਕੇ ਆਪਾਂ ਫਿਊਚਰ ਟੈਂਸ ਦੇ ਵਿੱਚ ਸਿੰਪਲ ਯੂਜ਼ ਕਰਦੇ ਹਾਂ। ਇਹ ਗੱਲ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣ ਵਾਲੀ। ਠੀਕ ਹੈ, ਹੁਣ ਗੱਲ ਕਰਦੇ ਹਾਂ ਹਰੇਕ ਟੈਂਸ ਜਿਹੜਾ ਹੈਗਾ ਉਹ ਚਾਰ ਹਿੱਸਿਆਂ ਦੇ ਵਿੱਚ ਆਪਾਂ ਉਹਨੂੰ ਵੰਡ ਸਕਦੇ ਹਾਂ। ਜਿਵੇਂ ਹਰੇਕ ਟੈਂਸ ਨੂੰ ਆਪਾਂ ਇਨਡੈਫੀਨਾਈਟ ਟੈਂਸ ਕਹਿ ਸਕਦੇ ਹਾਂ, ਇਨਡੈਫੀਨਾਈਟ ਜਾਂ ਆਪਾਂ ਕਹਿ ਸਕਦੇ ਹਾਂ ਸਿੰਪਲ ਟੈਂਸ। ਸਿੰਪਲ ਪ੍ਰੈਜ਼ੈਂਟ, ਸਿੰਪਲ ਪਾਸਟ, ਸਿੰਪਲ ਫਿਊਚਰ, ਇਨਡੈਫੀਨਾਈਟ, ਪ੍ਰੈਜ਼ੈਂਟ ਇਨਡੈਫੀਨਾਈਟ, ਪਾਸਟ ਇਨਡੈਫੀਨਾਈਟ, ਫਿਊਚਰ ਇਨਡੈਫੀਨਾਈਟ। ਠੀਕ ਹੈ, ਉਵੇਂ ਹੀ ਕੰਟੀਨਿਊਸ ਦੇ ਵਿੱਚ ਵੀ ਆ ਜਾਂਦਾ ਹੈ, ਇਹਨੂੰ ਆਪਾਂ ਪ੍ਰੋਗਰੈਸਿਵ ਟੈਂਸ ਵੀ ਕਹਿੰਦੇ ਆ ਜਦ ਕੰਮ ਹੋ ਰਿਹਾ ਹੁੰਦਾ ਹੈ, ਥੋੜਾ ਲੰਬਾ ਚੱਲਦਾ ਹੈ। ਇਹਦੇ ਵਿੱਚ ਪ੍ਰੋਗਰੈਸਿਵ ਦੇ ਵਿੱਚ ਯਾਦ ਰੱਖਿਓ ਐਂਡ ਦੇ ਵਿੱਚ ING ਆਉਂਦਾ, ਆ ਦੇਖੋ ਇੱਥੇ। ਫਿਰ ਆ ਜਾਂਦਾ ਹੈ ਪਰਫੈਕਟ ਟੈਂਸ, ਉਹ ਵੀ ਮੈਂ ਤੁਹਾਨੂੰ ਦੱਸਾਂਗੀ, ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ। ਤੇ ਫਿਰ ਇਹਨਾਂ ਦੋਨਾਂ ਨੂੰ ਜੋੜ ਕੇ ਬਣਦਾ ਹੈ ਪ੍ਰੈਜ਼ੈਂਟ परफेक्ट कंटिन्यूअस, जो कि प्रेजेंट परफेक्ट कंटिन्यूअस हो सकता है, पास्ट परफेक्ट कंटिन्यूअस, फ्यूचर परफेक्ट कंटिन्यूअस। ठीक है, हुन तीन तरीके दे टेंस ने, फर्दर चार टाइप्स दे विच डिवाइडेड ने, टोटल 12 कैटेगरीज हो जाती है। हुन एक एक दा एग्जांपल मैं ਤੁਹਾਨੂੰ ਦੇ ਰਹੀ ਹਾਂ। ਜਿਵੇਂ प्रेजेंट इंडेफिनाइट, ਇਹਨੂੰ ਆਪਾਂ ਸਿੰਪਲ प्रेजेंट टेंस, ਸਿੰਪਲ ਪਾਸਟ, ਸਿੰਪਲ ਫਿਊਚਰ ਟੈਂਸ ਵੀ ਕਹਿ ਸਕਦੇ ਹਾਂ। ਜਿਵੇਂ she ਰਾਈਟ, ਉਹਦੇ ਨਾਲ s ਲੱਗ ਗਿਆ। ਪ੍ਰੈਜ਼ੈਂਟ ਦੇ ਵਿੱਚ ਸਿੰਪਲ V1 ਫਾਰਮ ਦੇ ਨਾਲ s ਜਾਂ es ਲੱਗ ਜਾਂਦਾ, ਦੇਖਣਾ ਪੈਂਦਾ। ਪਾਸਟ ਦੇ ਵਿੱਚ V2 ਫਾਰਮ she wrote letters। ਫਿਊਚਰ ਦੇ ਵਿੱਚ ਮੈਂ ਦੱਸਿਆ ਸੀ will ਜਾਂ shall ਲੱਗ ਕੇ ਇਹ ਵਾਲਾ ਫਾਰਮ ਰਾਈਟ ਦਾ V1 ਫਾਰਮ ਲੱਗ ਜਾਂਦਾ ਹੈ, ਏਰੀਆ ਰਾਈਟ। ਕੰਟੀਨਿਊਅਸ ਦੇ ਵਿੱਚ, ਪ੍ਰੈਜ਼ੈਂਟ ਕੰਟੀਨਿਊਅਸ ਦੇ ਵਿੱਚ is, am, are ਲੱਗ ਕੇ ਵਰਬ ਦੀ ਫਰਸਟ ਫਾਰਮ ਤੇ ING ਲੱਗ ਜਾਂਦਾ, ਜਿਵੇਂ she is writing। ਪਾਸਟ ਦੇ ਵਿੱਚ was, were ਲਾ ਕੇ verb ਦੇ ਨਾਲ ING ਲੱਗਦਾ ਹੀ ਲੱਗਦਾ। ਫਿਊਚਰ ਦੇ ਵਿੱਚ will, be ਲਾ ਕੇ verb ਦੇ ਨਾਲ ING। ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਉਹ ਜਿਹੜੀ ਤੀਜੀ ਫਾਰਮ ਹੈ ਨਾ V3 ਫਾਰਮ, ਉਹ ਲੱਗਦੀ ਹੈ। has ਲੱਗ ਜਾਂਦਾ ਹੈ,
ठीक है। पास्ट ਦੇ ਵਿੱਚ had ਲੱਗ ਜਾਂਦਾ ਹੈ, ਫਿਊਚਰ ਦੇ ਵਿੱਚ will have ਲੱਗ ਜਾਂਦਾ ਹੈ, ਠੀਕ ਹੈ। ਇਹ ਧਿਆਨ ਰੱਖਿਓ। ਉਵੇਂ ਹੀ ਇੱਥੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਦੇਖੋ ਪ੍ਰੈਜ਼ੈਂਟ ਦੇ ਵਿੱਚ ਪਰਫੈਕਟ ਦੇ ਵਿੱਚ ਹੈਜ਼ ਆਂਦਾ, ਇੱਥੇ ਹੈਜ਼ ਆ ਗਿਆ, ਨਾਲ ਬੀਨ ਜੁੜ ਜਾਂਦਾ ਹੈ, ਦੋਨਾਂ ਨੂੰ ਜੋੜਨ ਲਈ ਆ ਦੇਖੋ ਬੀਨ ਬੀਨ ਬੀਨ। ਬਾਕੀ ਵਰਬ ਦੇ ਨਾਲ ਆਈਐਨਜੀ, ਇਹ ਵਾਲਾ ਪਾਰਟ ਜਿਹੜਾ ਆਪਾਂ ਪੜਿਆ ਸੀ ਕੰਟੀਨਿਊਸ ਦੇ ਵਿੱਚ ਆਈਐਨਜੀ ਆ ਜਾਂਦਾ। ਸ਼ੀ ਹੈਜ਼ ਬੀਨ ਰਾਈਟਿੰਗ ਲੈਟਰਸ, ਪਾਸਟ ਦੇ ਵਿੱਚ had ਆ ਦੇਖੋ ਇੱਥੋਂ ਚੱਕਿਆ, had been ਜੋੜਿਆ verb ਦੇ ਨਾਲ ing। future perfect ਦੇ ਵਿੱਚ will have ਫਿਰ been ਲਾਇਆ, ਫਿਰ verb ਦੇ ਨਾਲ ing ਲੱਗ ਜਾਂਦਾ। ਹੁਣ ਆਪਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ ਇਹਨਾਂ ਨੂੰ। ਸਭ ਤੋਂ ਪਹਿਲਾ ਹੈਗਾ present indefinite tense, ਇਹਨੂੰ ਆਪਾਂ simple present tense ਕਹਿੰਦੇ ਆ। ਉਹ ਕਦ ਯੂਜ਼ ਹੁੰਦਾ? ਉਹ ਯੂਜ਼ ਹੁੰਦਾ ਹੈ ਜਦ ਕੋਈ ਯੂਨੀਵਰਸਲ ਟਰੁੱਥ ਦੱਸਣਾ ਹੋਵੇ, ਜੋ ਗੱਲ ਹਮੇਸ਼ਾ ਸੱਚ ਹੁੰਦੀ ਹੈ, ਜਾਂ ਕੋਈ ਹੈਬਿਚੁਅਲ ਐਕਸ਼ਨ ਜੋ ਆਪਾਂ ਰੋਜ਼ ਕਰਦੇ ਹਾਂ, ਰੋਜ਼ਾਨਾ ਕੀਤੇ ਜਾਣ ਵਾਲੇ ਕੰਮ ਦੇ ਵਿੱਚ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਜਿਹੜਾ ਉਹ ਵਰਤਦੇ ਹਾਂ। ਤੇ ਇਹਦੇ ਵਿੱਚ ਆਂਦਾ ਕੀ ਹੈਗਾ, ਵਰਬ ਦੀ ਫਰਸਟ ਫਾਰਮ ਉਹਦੇ ਨਾਲ ਐਸ ਜਾਂ ਈਐਸ ਜੇ ਲੋੜ ਪਏ ਜੋੜਨ ਦੀ ਆਪਾਂ ਜੋੜ ਦਿੰਦੇ ਹਾਂ। ਜਿਵੇਂ ਆਈ ਲਾਈਕ ਬ੍ਰੈਡ, ਤੁਹਾਨੂੰ ਬ੍ਰੈਡ ਪਸੰਦ ਹੈ, ਵਰਬ ਦਾ ਫਰਸਟ ਫਾਰਮ ਆ ਗਿਆ, ਐਸ ਲਾਉਣ ਦੀ ਲੋੜ ਹੀ ਨਹੀਂ, ਆਈ ਲਾਈਕਸ ਨਹੀਂ ਹੋਏਗਾ। ਵੀ ਡੂ ਆਰ ਡਿਊਟੀ, ਅਸੀਂ ਆਪਣਾ ਕੰਮ ਕਰਦੇ ਹਾਂ, ਜੋ ਵੀ ਸੱਚ ਹੈਗਾ ਰੋਜ਼ ਜੋ ਤੁਸੀਂ ਕਰਦੇ ਹੋ। ਰਾਹੁਲ ਸਪੀਕਸ ਦ ਟਰੁੱਥ, ਰਾਹੁਲ ਸਪੀਕਸ, ਪਿੱਛੇ ਐਸ ਲੱਗ ਗਿਆ। ਦ ਸਨ ਰਾਈਜ਼ਸ ਇਨ ਦ ਈਸਟ, ਠੀਕ ਹੈ। ਇਹਦੇ ਵਿੱਚ ਕੀ ਹੋਇਆ ਵੀ ਆਪਾਂ ਦੇਖਿਆ ਵੀ ਆਪ ਵਰਬ ਦਾ ਫਰਸਟ ਫਾਰਮ ਜੇ ਲੋੜ ਪਏ ਪਿੱਛੇ ਐਸ ਜਾਂ ਈਐਸ ਲਾ ਦਿੰਦੇ ਆ, ਤੇ ਯੂਜ਼ ਕਦ ਹੁੰਦਾ ਸਿੰਪਲ ਪ੍ਰੈਜ਼ੈਂਟ ਟੈਂਸ, ਜਦ ਯੂਨੀਵਰਸਲ ਟਰੁੱਥ ਦੱਸਣਾ ਹੋਏ ਜੋ ਹਮੇਸ਼ਾ ਸੱਚ ਹੁੰਦਾ ਹੈ। ਜਿਵੇਂ ਆਪਾਂ ਕਹੀਏ ਦ ਵਾਟਰ ਬੋਇਲਸ, ਕਿਹਦੇ ਤੇ ਬੋਇਲ ਕਰਦਾ ਹੈ, 100 ਡਿਗਰੀ ਸੈਲਸੀਅਸ। ਜਿਵੇਂ ਮੈਂ ਕਹਾਂ ਕਿ ਰੋਜ਼ ਜੋ ਮੈਂ ਕੰਮ ਕਰਦੀ ਹਾਂ, ਹੈਬਿਚੁਅਲ ਐਕਸ਼ਨ ਰੋਜ਼ ਜੋ ਹੁੰਦਾ ਹੈ, ਜਿਵੇਂ ਆਈ ਵਾਕ ਟੂ ਸਕੂਲ ਐਵਰੀ ਡੇ, ਮੈਂ ਰੋਜ਼ ਸਕੂਲ ਜਾਂਦੀ ਹਾਂ। ਜੇ ਕਿਸੇ ਹੋਰ ਦੀ ਗੱਲ ਹੋ ਰਹੀ ਹੈ, ਹੀ ਜਾਂ ਸ਼ੀ ਦੀ, ਉਹਦੇ ਨਾਲ ਆ ਜਾਏਗਾ walks। ਦੇ ਨਾਲ ਪਲੂਰਲ ਦੇ ਨਾਲ walks ਨਹੀਂ ਲੱਗੇਗਾ, ਪਲੂਰਲ ਦੇ ਨਾਲ ਲੱਗੇਗਾ they walk, ਠੀਕ ਹੈ। ਫਿਰ ਯੂਨੀਵਰਸਲ ਟਰੁੱਥ ਜਿਹੜਾ ਹੈ ਜੋ ਹਮੇਸ਼ਾ ਹੀ ਸੱਚ ਰਹਿੰਦਾ ਹੈ, ਆ ਦੇਖੋ the sun rises in the east, ਉਹ ਹਮੇਸ਼ਾ ਏਦਾਂ ਹੀ ਹੁੰਦਾ, ਠੀਕ ਹੈ। ਜਾਂ ਆਪਾਂ ਕਹੀਏ ਵੀ ਕੋਈ ਹੋਰ ਕੰਡੀਸ਼ਨ ਹੈਗੀ ਆ, ਉਹਨੂੰ ਜੋ ਹਮੇਸ਼ਾ ਪਸੰਦ ਹੈ, he likes, ਆ ਪਿੱਛੇ ਦੇਖ ਰਹੇ ਹੋ ਐਸ ਲੱਗ ਗਿਆ, he likes chocolates ਜਾਂ chocolate। ਹੁਣ ਇਹ ਜਿਹੜੀ ਸਿੰਪਲ ਪ੍ਰੈਜ਼ੈਂਟ ਟੈਂਸ ਹੈਗੀ ਆ, ਜੇ ਇਹਦੇ ਵਿੱਚ ਪੋਜ਼ਿਟਿਵ ਹਾਂ ਦੇ ਵਿੱਚ ਸਟੇਟਮੈਂਟ ਦੇਣੀ ਹੈ ਤਾਂ ਆਪਾਂ ਯੂਜ਼ ਕਰਦੇ ਹਾਂ ਫਰਸਟ ਫਾਰਮ ਆਫ ਵਰਬ ਆਈ ਦੇ ਨਾਲ, ਯੂ ਦੇ ਨਾਲ, ਤੇ ਪਲੂਰਲ ਸਬਜੈਕਟਸ ਦੇ ਨਾਲ। ਮਤਲਬ ਉਹਨਾਂ ਪਿੱਛੇ ਐਸ ਜਾਂ ਈਐਸ, ਜਿਵੇਂ ਮੈਂ ਦੱਸਿਆ ਨਾ, ਕਈ ਵਾਰ ਐਸ ਲੱਗਦਾ, ਕਈ ਵਾਰ ਈਐਸ ਲੱਗਦਾ, ਕਈ ਵਾਰ ਸਿੰਪਲ ਫਰਸਟ ਫਾਰਮ ਲੱਗ ਜਾਂਦੀ ਹੈ। ਤੇ ਕੱਲੀ ਫਰਸਟ ਫਾਰਮ ਜਿਹੜੀ ਹੈ ਉਹ ਕਿਹਦੇ ਨਾਲ ਲੱਗਦੀ ਹੈ, ਆਈ ਦੇ ਨਾਲ, ਠੀਕ ਹੈ। ਆਈ ਵਾਕ, ਆਈ ਪਲੇ, ਮਤਲਬ ਇਹਦੇ ਨਾਲ ਆਈ ਵਾਕਸ ਨਹੀਂ ਲਿਖਦੇ, ਯੂ ਵਾਕ, you play, you plays ਨਹੀਂ ਹੁੰਦਾ। we learn, you pray, ਦੇ ਨਾਲ ਪਲੂਰਲ ਬਹੁਵਚਨ ਜੇ ਹੈ ਦੇ ਨਾਲ ਬਾਈਜ਼ ਨਹੀਂ ਹੁੰਦਾ। ਪਰ ਜਦ ਮੈਂ ਤੁਹਾਨੂੰ ਦੱਸਿਆ ਵੀ ਪਲੂਰਲ ਦੇ ਨਾਲ ਆਈ ਤੇ ਯੂ ਦੇ ਨਾਲ ਐਸ ਜਾਂ ਈਐਸ ਨਹੀਂ ਲੱਗਦਾ, ਫਰਸਟ ਫਾਰਮ ਲੱਗਦੀ ਹੈ ਬਸ। ਪਰ ਮੰਨ ਲਓ ਜੇ ਸਿੰਗੂਲਰ ਸਬਜੈਕਟ ਹੈ, ਜੇ ਕਰਤਾ ਜਿਹੜਾ ਹੈਗਾ ਉਹ ਸਿੰਗੂਲਰ ਹੈ, ਇੱਕ ਆਦਮੀ ਇੱਕ ਔਰਤ ਹੈ, ਜਿਵੇਂ ਸ਼ੀ ਕਿਸੇ ਦਾ ਨਾਂ, ਇੱਥੇ ਉਹਦੇ ਵਿੱਚ ਜਿਹੜਾ ਫਰਸਟ ਫਾਰਮ ਹੈ ਨਾ ਉਹਦੇ ਨਾਲ ਐਸ ਜਾਂ ਈਐਸ ਲੱਗ ਜਾਂਦਾ ਹੈ। ਜਿਵੇਂ ਸ਼ੀ ਟੈਲਸ ਲਾਈਜ਼, ਮੀਨਾ ਕੋਕਸ ਡਿਲੀਸ਼ੀਅਸ ਫੂਡ, ਦੇਖ ਰਹੇ ਹੋ ਪਿੱਛੇ ਐਸ ਜਾਂ ਈਐਸ ਲੱਗ ਗਿਆ ਇਹਦੇ ਵਿੱਚ। ਮਿਸਿਸ ਮਧੂ ਟੀਚਸ, ਇੱਥੇ ਮਿਸ ਹੈ ਵੈਸੇ ਇਹਦਾ ਮਤਲਬ ਹੁੰਦਾ ਮਿਸ ਮਧੂ ਟੀਚਸ ਅਸ ਇੰਗਲਿਸ਼, ਐਸ ਜਾਂ ਈਐਸ ਜੇ ਲੋੜ ਪਏ ਉਹ ਆਪਾਂ ਲਾ ਸਕਦੇ ਹਾਂ, ਪਰ ਉਹ ਸਿੰਗੂਲਰ ਦੇ ਵਿੱਚ ਯਾਦ ਰੱਖਿਓ, ਜਿਹਦੇ ਸਿੰਗੂਲਰ ਯਾਨੀ ਇੱਕ ਵਚਨ ਉਹਦੇ ਪਿੱਛੇ ਐਸ ਜਾਂ ਈਐਸ ਲੱਗ ਜਾਂਦਾ। ਹੁਣ ਇੱਥੇ ਸਾਨੂੰ ਐਕਸਰਸਾਈਜ਼ ਦੇਣ ਲਈ ਕਹੀ ਹੈ, put each sentence into plural, plural ਦੇ ਵਿੱਚ ਚੇਂਜ ਕਰਨਾ ਹੈ। ਇੱਥੇ ਦਿੱਤਾ ਗਿਆ a cat eats meat, cat ਜਿਹੜੀ ਹੈ ਮੀਟ ਖਾਂਦੀ ਹੈ। ਹੁਣ ਦੇਖੋ cat ਸਿੰਗੂਲਰ ਹੈ, ਇਹਦੇ ਪਿੱਛੇ ਐਸ ਜਾਂ ਈਐਸ ਲੱਗਿਆ ਹੋਇਆ, ਇਹਦਾ ਪਲੂਰਲ ਹੋ ਜਾਏਗਾ cats, cat ਦਾ cats, ਇੱਥੇ ਆ ਜਾਏਗਾ eat, eats ਨਹੀਂ eat meats, eat meat। a dog hates a cat, डॉग कल्ला है, hates, S लग गया, ਇਹਦਾ plural ਕਰੂੰਗੀ dogs hate, cat ਦੀ ਥਾਂ ਤੇ cats। a writer writes a book, writer ਕੱਲਾ ਉਹਦੇ ਪਿੱਛੇ S ਲੱਗ ਗਿਆ, ਇਹਨੂੰ plural ਕਰ ਦੋ writers write, book ਦੀ ਥਾਂ ਤੇ books। an apple, ਇੱਕ apple ਦੀ ਗੱਲ ਹੋ ਰਹੀ ਹੈ, grows on a tree, apples grow
grows ਦੀ ਥਾਂ ਤੇ grow ਕਿਉਂਕਿ plural ਹੈ ਨਾ on trees। ਅੱਗੇ put each sentence in which ਆਪਾਂ singular ਦੇ ਵਿੱਚ change ਕਰਨਾ। ਇੱਥੇ houses ਹੈ have roofs, ਇੱਥੇ ਆ ਜਾਏਗਾ a house has a roof, roofs ਦੀ ਥਾਂ ਤੇ postman, men plural ਹੁੰਦਾ, ਇੱਥੇ caps ਹੈ, ਇੱਥੇ ਆ ਜਾਏਗਾ a postman। wear ਦੀ ਥਾਂ ਤੇ wears a cap। they plural ਆ ਗਿਆ drink tea out of cups, ਇੱਥੇ ਆ ਜਾਏਗਾ they ਦੀ ਥਾਂ ਤੇ he ਜਾਂ she, ਉਹਦੇ ਨਾਲ drink ਦੀ ਥਾਂ ਤੇ ਆ ਜਾਏਗਾ drinks, ਪਿੱਛੇ s ਆ ਜਾਏਗਾ tea out of a cup ਆ ਜਾਏਗਾ cups ਦੀ ਥਾਂ ਤੇ। classrooms have blackboards, ਇੱਥੇ classrooms blackboards ਹੈ, ਇੱਥੇ have ਹੈ, ਇਹ ਆ ਜਾਏਗਾ a classroom has have ਦੀ ਥਾਂ ਤੇ a blackboard। ਠੀਕ ਹੈ, ਹੁਣ ਜੀ ਨੈਗੇਟਿਵ ਸਟੇਟਮੈਂਟ ਲਿਖਣੀ ਹੈ ਨਾ, ਤੁਹਾਨੂੰ ਪਤਾ ਲੱਗ ਗਿਆ do not ਲੱਗ ਜਾਂਦਾ ਹੈ, do not ਲੱਗ ਜਾਂਦਾ ਹੈ verb ਦੀ ਫਰਸਟ ਫਾਰਮ ਤੋਂ ਪਹਿਲਾਂ I you ਤੇ plural ਦੇ ਨਾਲ। ਤੁਹਾਨੂੰ ਪਤਾ ਉਹਨਾਂ ਨਾਲ plural ਦੇ ਨਾਲ s ਜਾਂ es ਨਹੀਂ ਲੱਗਦਾ। ਠੀਕ ਹੈ, ਜਿਵੇਂ we do not learn our lessons, ਫਰਸਟ ਫਾਰਮ ਆਫ verb do not ਲੱਗ ਗਿਆ। you ਦੇ ਨਾਲ ਵੀ you do not pray to God daily, do not ਲੱਗ ਗਿਆ। they ਦੇ ਨਾਲ plural ਹੈ, ਬਹੁਵਚਨ ਹੈ, do not buy milk from this dairy, ਇੱਥੋਂ ਦੁੱਧ ਨਹੀਂ ਲੈਂਦੇ। ਹੁਣ ਜੇ ਆਪਾਂ plural ਦੀ ਥਾਂ ਤੇ singular ਜਿਹਨੂੰ ਆਪਾਂ ਇੱਕ ਵਚਨ ਕਹਿੰਦੇ ਆ, ਠੀਕ ਹੈ, ਉਹਦੇ ਵਿੱਚ ਡੀਲ ਕਰਨਾ ਹੈ ਤਾਂ does not, do ਨਹੀਂ, ਇਹ ਦੇਖੋ es ਲੱਗ ਗਿਆ ਇਹਦੇ ਪਿੱਛੇ ਵੀ, does not ਫਰਸਟ ਫਾਰਮ ਆਫ verb ਲੱਗ ਜਾਂਦੀ ਹੈ singular ਦੇ ਨਾਲ। ਜਿਵੇਂ he does not tell lies, Meena does not cook delicious food, does not ਤੇ ਫਰਸਟ ਫਾਰਮ ਆਫ verb ਜੇ ਨਾ ਦੇ ਵਿੱਚ ਜਵਾਬ ਦੇਣਾ ਹੈ। Miss Madhu does not teach us, ਠੀਕ ਹੈ, does not ਲੱਗ ਜਾਂਦਾ ਹੈ ਫਰਸਟ ਫਾਰਮ ਆਫ verb ਤੇ ਸਿੰਗੂਲਰ ਸਬਜੈਕਟ ਜੇ ਹੋਏ, ਮਤਲਬ ਇੱਕ ਵਚਨ ਦੇ ਵਿੱਚ ਹੋਏ। ਹੁਣ ਇੱਥੇ ਉਹਨਾਂ ਨੇ ਕਿਹਾ ਐਕਸਰਸਾਈਜ਼ ਦੇ ਕੇ ਨੈਗੇਟਿਵ ਫਾਰਮ ਦੇ ਵਿੱਚ ਲਿਖਣਾ ਹੈ, ਜਿਵੇਂ ਰਾਮ ਹੈ ਸਿੰਗੂਲਰ ਹੈ, goes ਆ ਗਿਆ, home for lunch ਜੇ ਸਿੰਗੂਲਰ ਹੈਗਾ ਉਹਨੂੰ ਨੈਗੇਟਿਵ ਦੇ ਵਿੱਚ ਕਿਵੇਂ ਲਿਖਣਾ ਹੈ, does not ਲਾ ਕੇ, ਰਾਮ does not, goes ਦੀ ਥਾਂ ਤੇ ਫਰਸਟ ਫਾਰਮ ਕੀ ਹੈ ਨਾ ਵਿਦਆਊਟ s ਜਾਂ es, ਇਹ goes ਦੀ ਥਾਂ ਤੇ go ਆ ਗਿਆ home for lunch। ਉਵੇਂ ਹੀ I ਦੇ ਨਾਲ ਤੁਹਾਨੂੰ ਪਤਾ ਹੈਗਾ ਕੀ ਲੱਗਦਾ ਜੇ I ਹੋਵੇ ਆ ਰਿਹਾ, do not ਲੱਗਦਾ ਤੇ ਫਰਸਟ ਫਾਰਮ ਲੱਗ ਜਾਂਦੀ ਹੈ, ਇੱਥੇ ਆ ਜਾਏਗਾ I like coffee, ਇਹਦਾ ਆ ਜਾਏਗਾ I do not like coffee। she ਸਿੰਗੂਲਰ ਹੈ, ਇੱਕ ਵਚਨ ਹੈ, looks beautiful, ਇਹਦਾ ਆ ਜਾਏਗਾ she does not, looks ਦੀ ਥਾਂ ਤੇ ਕੱਲਾ look beautiful। these plural ਹੈ, ਬਹੁਵਚਨ ਜਿਹਨੂੰ ਆਪਾਂ ਕਹਿੰਦੇ ਆ boys run fast, ਇਹ ਆ ਜਾਏਗਾ these boys do not run fast। we plural ਹੈ, go for a walk daily, ਇੱਥੇ ਆ ਜਾਏਗਾ we do not go for a walk daily। ਉਵੇਂ ਹੀ you obey your teachers, you ਦੇ ਨਾਲ ਪਹਿਲਾ ਵਾਲਾ ਕੇਸ ਸੀ, ਇੱਥੇ ਆ ਜਾਏਗਾ you do not obey your teachers। he cares singular ਹੈ, ਪਿੱਛੇ s ਜਾਂ es ਲੱਗਿਆ ਹੋਇਆ ਹੈ, he takes care of his health, ਇੱਥੇ ਆ ਜਾਏਗਾ he singular ਦੇ ਨਾਲ does not take care of his health। ਤੁਸੀਂ ਮੈਨੂੰ ਦੱਸਿਓ ਵੀ ਆ ਰਿਹਾ ਹੀ ਆਨਸਰ ਤੁਹਾਡਾ ਵੀ ਜਾਂ ਨਹੀਂ। they take tea in the evening, ਇੱਥੇ ਆ ਜਾਏਗਾ plural ਹੈ, do not take tea in the evening। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਇੱਥੇ ਹੈਗਾ ਜੀ ਕੁਐਸਚਨ ਦੇ ਵਿੱਚ ਕੁਝ ਪੁੱਛਣਾ ਹੈ, ਤੁਸੀਂ ਤਾਂ ਕਿਵੇਂ ਪੁੱਛੋਗੇ, do ਜਾਂ does ਲਾ ਕੇ ਸ਼ੁਰੂ ਕਰਨਾ ਹੈ, ਫਿਰ ਸਬਜੈਕਟ ਜੋ ਵੀ ਕਰਤਾ ਹੈਗਾ ਉਹ ਆ ਜਾਏਗਾ, ਫਿਰ ਫਰਸਟ ਫਾਰਮ ਆਫ ਵਰਬ, ਫਿਰ ਜੋ ਵੀ ਉਹਦੇ ਕੰਪਲੀਟ ਕਰਨ ਦੇ ਲਈ ਤੁਹਾਨੂੰ ਚਾਹੀਦਾ ਜਿਹਨੂੰ ਆਪਾਂ ਕੰਪਲੀਮੈਂਟਰੀ ਸੈਂਟੈਂਸ ਦਾ ਹਿੱਸਾ ਕਹਿੰਦੇ। ਜਿਵੇਂ we ਦੇ ਨਾਲ do ਲੱਗਦਾ ਹੈ ਪਲੂਰਲ ਦੇ ਨਾਲ, we you they ਇਹਨਾਂ ਨਾਲ, ਠੀਕ ਹੈ, ਪਲੂਰਲ ਦੇ ਨਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ you ਦੇ ਨਾਲ do ਲੱਗਦਾ ਹੈ, ਸਿੰਗੂਲਰ ਦੇ ਨਾਲ ਇਹ ਦੋਨੋਂ ਸਿੰਗੂਲਰ ਹੈ। ਆਪਾਂ ਪਹਿਲਾਂ ਪੜਿਆ ਸਿੰਗੂਲਰ ਦੇ ਨਾਲ does ਲੱਗ ਰਿਹਾ, ਦੇਖੋ ਇੱਥੇ
सिंगुलर दे नाल डज लगदा, बस डज तो सेंटेंस शुरू करना है इत्थे, डज शी टेल लाइज। उवे ही डू वी लर्न फर्स्ट फॉर्म ऑफ वर्ब है दे विच, जब सवाल पूछना है फर्स्ट फॉर्म ऑफ वर्ब यूज होएगी। डू वी लर्न आवर लेसन्स, प्लूरल दे नाल डू आ जाएगा, सिंगुलर दे नाल डज आ जाएगा, बस शुरू डू या डज तो हुंदा है, बाकी फर्स्ट फॉर्म ऑफ वर्ब लगदी है जद आपां क्वेश्चन फ्रेम करना हुंदा है। इन्नी गल याद रखियो। हुण जिवें ਇੱਥੇ ਇਹਨਾਂ ਨੇ ਕਿਹਾ ਰੀਰਾਈਟ ਈਚ ਸੈਂਟੈਂਸ, ਇਹਨੂੰ ਕੁਐਸਚਨ ਦੀ ਫਾਰਮ ਦੇ ਵਿੱਚ ਤੁਸੀਂ ਲਿਖਣਾ। ਜਿਵੇਂ ਪਹਿਲਾ ਹੈਗਾ ਆਊਲਸ ਹੂਟ ਐਟ ਨਾਈਟ, ਇੱਥੇ ਆਊਲਸ ਪਲੂਰਲ ਹੈਗਾ, ਠੀਕ ਹੈ। ਪਲੂਰਲ ਦੇ ਵਿੱਚ ਸਾਨੂੰ ਪਤਾ ਜਦ ਪਲੂਰਲ ਹੁੰਦਾ ਹੈ ਇੱਕ ਤੋਂ ਬਹੁਵਚਨ ਜਿਹੜਾ ਹੁੰਦਾ ਹੈ ਉਹਦੇ ਨਾਲ ਡੂ ਨਾਲ ਸ਼ੁਰੂ ਹੁੰਦਾ ਹੈ, ਡੂ ਆਊਲਸ ਹੂਟ ਐਟ ਨਾਈਟ, ਫਿਰ ਕੁਐਸਚਨ ਮਾਰਕ। ਉਵੇਂ ਹੀ ਦੇ, ਇਹ ਪਲੂਰਲ ਹੈ, ਵਰਕ ਔਨ ਸੰਡੇਜ਼ ਡੂ ਜਾਂ ਡਸ ਦੇ ਨਾਲ ਸ਼ੁਰੂ ਹੋਏਗਾ, ਇਹ ਆ ਜਾਏਗਾ ਡੂ ਦੇ ਵਰਕ ਔਨ ਸੰਡੇਜ਼, प्लूरल है ना। चिल्ड्रन एक ही है प्लूरल, चाइल्ड सिंगुलर होता है, चिल्ड्रन प्ले ऑन द रोड, डू दे नाल शुरू होएगा क्योंकि प्लूरल है, डू चिल्ड्रन प्ले ऑन द रोड। ओवे ही अ पोस्टमैन, आ सिंगुलर है, ये डज दे नाल शुरू होएगा, अ पोस्टमैन डिलीवर्स लेटर्स, इत्थे आ जाएगा डज अ पोस्टमैन डिलीवर लेटर्स। फार्मर्स प्लूरल है, ग्रो क्रॉप्स फॉर अस, डू फार्मर्स क्योंकि प्लूरल है ना, ग्रो क्रॉप्स फॉर अस, क्वेश्चन मार्क। मस्कीटोज प्लूरल है, प्लूरल दे नाल आपां डू लांदे आ, मस्कीटो स्प्रेड मलेरिया, डू मस्कीटो स्प्रेड मलेरिया। ओवे ही शी सिंगुलर है, हेल्प्स हर मदर इन द किचन, डज लगेगा, डज शी हेल्प हर मदर इन द किचन। ओवे ही योर ब्रदर सिंगुलर है, नोज मेनी पीपल इन दिस टाउन, डज योर ब्रदर नो मेनी पीपल इन दिस टाउन। समझ आया किदे नाल डू ते किदे नाल डज लगेगा। हुण फॉर नेगेटिव क्वेश्चन जे सवाल ही नेगेटिव पूछने ने ਤਾਂ ਆਪਾਂ not ਲਾ ਦਿੰਦੇ ਆ ਮੇਨ ਵਰਬ ਤੋਂ ਪਹਿਲਾਂ, ਠੀਕ ਹੈ। ਜਿਵੇਂ does she not tell lies, ਇਹ ਜਾਂ ਆਪਾਂ ਇਹਨੂੰ ਲਿਖ ਸਕਦੇ ਆ doesn't she tell lies। ਆ ਜਿਹੜਾ ਮੇਨ ਵਰਬ ਹੈ ਨਾ ਇਹਦੇ ਤੋਂ ਪਹਿਲਾਂ ਜੋ ਜਿੱਥੇ ਕੰਮ ਹੋ ਰਿਹਾ ਉਹਦੇ ਤੋਂ ਪਹਿਲਾਂ not ਲਾ ਦਿੰਦੇ ਆ ਬਸ। do you not pray to God daily, don't, do you ਦੀ ਥਾਂ ਤੇ don't ਵੀ ਆ ਸਕਦਾ, don't you pray to God से ਆਪਾਂ ਕਹਿ ਸਕਦੇ ਆ doesn't ਦੇ ਨਾਲ ਵੀ ਸ਼ੁਰੂ ਕਰ ਸਕਦੇ ਆ, ਜਿਵੇਂ does ਦੇ ਨਾਲ ਸ਼ੁਰੂ ਹੁੰਦਾ ਸੀ doesn't ਦੇ ਨਾਲ ਵੀ ਸ਼ੁਰੂ ਕਰ ਸਕਦੇ, ਇੱਕ ਤਰੀਕਾ ਇਹ ਹੈ। ਜਾਂ do ਦੇ ਨਾਲ ਜੇ ਸ਼ੁਰੂ ਹੁੰਦਾ ਉਹਨੂੰ don't ਦੇ ਨਾਲ ਸ਼ੁਰੂ ਕਰ ਸਕਦੇ ਆ ਜੇ ਨੈਗੇਟਿਵ ਸਵਾਲ ਤੁਸੀਂ ਪੁੱਛਣਾ ਹੈ। ਜਾਂ ਫਿਰ ਦੂਜਾ ਤਰੀਕਾ ਕੀ ਹੈਗਾ ਵੀ ਜਿੱਥੇ ਵੀ ਵਰਬ ਯੂਜ਼ ਹੋਇਆ ਜੇ ਨੈਗੇਟਿਵ ਸਵਾਲ ਹੈ ਉਹਦੇ ਤੋਂ ਪਹਿਲਾਂ नॉट ला दो, बाकी सवाल जेड़ा जिवें आपां पहला पढ़िया सी डू या डज दे नाल शुरू कर दो। दो तरीके दोबारा तो मैं एक्सप्लेन कर दी हां, जिवें आपां आम सेंटेंस लिखदे एक तरीका हैगा क्वेश्चन पूछदे हां आपां पढ़िया ना डू या डज दे नाल ओ लिख दो, पर जे नेगेटिव दे विच हैगा तां नॉट लग जांदा मेन वर्ब तो पहला। दूजा तरीका की आ डज दे नाल पहला ही नॉट ला दो या डू दे नाल शुरू हो रहा नॉट ला दो, उस हिसाब नाल सिचुएशन जेहड़ी है तुसी चेंज कर सकते हो। ਹੁਣ ਇੱਥੇ ਇਹਨਾਂ ਨੇ ਕਿਹਾ ਰੀਰਾਈਟ ਕਰਨਾ ਇਚ ਸੈਂਟੈਂਸ ਨੂੰ ਐਜ਼ ਅ ਨੈਗੇਟਿਵ ਕੁਐਸਚਨ ਦੇ ਵਿੱਚ। ਨੈਗੇਟਿਵ ਕੁਐਸਚਨ ਦੇ ਵਿੱਚ ਦੋ ਤਰੀਕੇ ਮੈਂ ਤੁਹਾਨੂੰ ਦੱਸੇ, ਡੂ ਕਾਊਜ਼ ਲਿਵ ਔਨ ਗ੍ਰਾਸ, ਇਹ ਹੈਗਾ ਨਾ ਸਵਾਲ ਵੀ ਉਹ ਜਿਹੜੀਆਂ ਗਾਵਾਂ ਹੈਗੀਆਂ ਨੇ ਉਹ ਗ੍ਰਾਸ ਤੇ ਰਹਿੰਦੀਆਂ ਨੇ। ਹੁਣ ਇਹਦੇ ਵਿੱਚ ਡੂ ਏਦਾਂ ਦਾ ਏਦਾਂ, ਕਾਊਜ਼ ਏਦਾਂ ਦਾ ਏਦਾਂ, ਇਹ ਵਰਬ ਹੈ ਲਿਵ, ਇਹਦੇ ਤੋਂ ਪਹਿਲਾਂ ਇੱਕ ਤਰੀਕਾ ਇੱਥੇ ਨੋਟ ਲਾ ਦਿੱਤਾ ਜਾਏ, ਠੀਕ ਹੈ। दूसरा तरीका की है डोंट लिख दो, इत्थे शुरू ही डोंट देना, डोंट काउस लिव ऑन ग्रास, सवाल खत्म। शी डज नॉट लाइक कॉफी, ਇਹਨੂੰ ਪਹਿਲਾਂ ਸਵਾਲ ਦੇ ਵਿੱਚ ਚੇਂਜ ਕਰੋ, ਇੱਥੇ ਸਵਾਲ ਦੇ ਵਿੱਚ ਜਦ ਚੇਂਜ ਕਰੋਗੇ ਇਹ ਆ ਜਾਏਗਾ ਡਜ਼ ਸ਼ੀ ਨॉट ਲਾਈਕ ਕਾਫੀ, ਲਾਈਕ ਤੋਂ ਪਹਿਲਾਂ ਨॉट ਆ ਗਿਆ, ਜਾਂ ਡਜ਼ਨਟ ਸ਼ੀ ਲਾਈਕ ਕਾਫੀ, ਡਜ਼ਨਟ ਤੋਂ ਸ਼ੁਰੂ ਕਰ ਲਓ। द सन राइजेस इन द ईस्ट, सन राइजेस, does the sun not rise तो पहला not rise in the east, या फिर doesn't the sun rise in the east, doesn't ना शुरू कर दो। do they come here daily, क्यों इत्थे रोज आते इत्थे आ जाएगा do they not come तो पहला not come here daily या don't they come here daily। उवे ही अगला चौथा उस तो बाद पंचवां डज खुशा ब्रिंग फ्लावर्स, की वो फ्लावर्स लेके आंदी, डज तो शुरू है, डज खुशा नॉट ब्रिंग या डजंट खुशा ब्रिंग, पहला ही ला दो। वी डू नॉट प्लक द फ्लावर्स, इत्थे आ जाएगा, या इत्थे हैगा वी डू नॉट प्लक द फ्लावर्स, इहदा बन जाएगा डू वी नॉट
नॉट आ गया, प्लक तो पहला नॉट प्लक द फ्लावर्स या डोंट वी प्लक द फ्लावर्स, क्वेश्चन मार्क, डोंट पहला ही शुरू हो गया। उवे ही डज नितिन ओबे हिज पेरेंट्स, कि अपने पेरेंट्स का कहना मानता है, ठीक है, ए वाला ए आ जाएगा। डज नितिन नॉट ओबे हिज पेरेंट्स, राइट, या फिर डजंट नितिन ओबे हिज पेरेंट्स। उवे ही अगला सेंटेंस है क्या, he does not drive his car very fast, does not पहला देता है, does he not drive his car very fast या doesn't he drive his car very fast, समझ आ रही है। these boys do not respect their teachers, these boys do not respect, these plural है, do these boys पहला not respect their teachers, या तो लिख सकते हो don't these boys respect their teachers। समझ आ गया किਵੇਂ ਸੋਲਵ ਕਰਨੇ ਕੁਐਸਚਨ ਨੈਗੇਟਿਵ ਦੇ ਵਿੱਚ, ਪੋਜ਼ਿਟਿਵ ਦੇ ਵਿੱਚ, ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ। ਤੇ ਇਸੀ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਿੰਪਲ ਜਿਹਾ ਪਤਾ ਚੱਲ ਗਿਆ ਵੀ ਆਪਾਂ ਪ੍ਰੈਜ਼ੈਂਟ ਟੈਂਸ ਜਿਹੜਾ ਸਿੰਪਲ ਹੈਗਾ ਹਾਂ ਨਾ ਕੁਐਸਚਨ ਦੀ ਫਾਰਮ, ਨੈਗੇਟਿਵ ਕੁਐਸਚਨ ਦੀ ਫਾਰਮ ਦੇ ਵਿੱਚ ਕਿਵੇਂ ਸੈਟਅਪ ਕਰ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਆ ਰੂਲਸ ਪਤਾ ਹੋਣੇ ਚਾਹੀਦੇ ਆ ਜੋ ਆਪਾਂ ਪੜ੍ਹੇ ਨੇ, ਇਹਨਾਂ ਨੂੰ ਦੁਬਾਰਾ ਰਿਵਾਈਜ਼ ਕਰ ਲਿਓ। ਤੇ ਅਗਲੀ ਜਿਹੜੇ ਪਾਰਟਸ ਹੈਗੇ ਨੇ ਪਾਸਟ ਤੇ ਫਿਊਚਰ ਦੇ, ਉਹਦੀ ਆਲਰੇਡੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਹੈ ਪਲੇਲਿਸਟ ਦੇ ਵਿੱਚ, ਤੁਸੀਂ ਜਾ ਕੇ ਦੇਖ ਸਕਦੇ ਹੋ। ਜੇ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।